ਬਾਬੂਸ਼ਾਹੀ ਟਾਈਮਸ ਦਾ ਸਵਾਗਤ ਹੈ। ਅੱਜ ਬੜੇ ਨਿਵੇਕਲੀ ਥਾਂ ਤੇ ਬੈਠੇ ਆ ਤੇ ਨਿਵੇਕਲੇ ਹੀ ਸ਼ਖਸ ਨਾਲ ਆਪਾਂ ਗੱਲਬਾਤ ਕਰਾਂਗੇ। ਉਹ ਨੇ ਸੱਜਣ ਜਿਨ੍ਹਾਂ ਨੇ ਪੰਜਾਬੀਆਂ ਦਾ ਨਾਂ ਉੱਚਾ ਕੀਤਾ ਹੈ ਦੁਨੀਆ 'ਚ, ਵਿਦੇਸ਼ ਜਾ ਕੇ ਇੱਕ ਅਹਿਮ ਪੋਜੀਸ਼ਨ ਹਾਸਲ ਕੀਤੀ ਹੈ ਤੇ ਉੱਥੇ ਦੁਨੀਆ ਭਰ ਦੇ ਜਿਹੜੇ ਪੰਜਾਬੀ ਨੇ, ਦੁਨੀਆ ਭਰ ਉਹਨਾਂ ਦੀ ਆਵਾਜ਼ ਵੀ ਬਣੇ ਹੋਏ ਉੱਥੇ। ਉਹ ਨੇ ਤਨਮਨਜੀਤ ਸਿੰਘ ਢੇਸੀ। ਅਸੀਂ ਤੁਹਾਨੂੰ ਤਨ ਢੇਸੀ ਕਹਿੰਦੇ ਜਿਹਨਾਂ ਨੂੰ, ਮਤਲਬ ਅਸੀਂ ਸ਼ਾਰਟ 'ਚ ਹੀ ਬੋਲਦੇ ਆ। ਤਨ ਢੇਸੀ ਯੂਕੇ ਦੇ MP ਨੇ, ਇੰਡੀਆ ਆਏ ਹੋਏ ਨੇ ਤੇ ਪਿਛਲੇ ਦਿਨਾਂ 'ਚ ਚਰਚਾ ਵੀ ਕਾਫੀ ਹੁੰਦੀ ਰਹੀ ਉਹਨਾਂ ਦੀ, ਤਰ੍ਹਾਂ ਦੀ। ਵੈਸੇ ਚਰਚਾ ਹੁੰਦੀ ਰਹਿੰਦੀ ਹੈ। ਉਹਨਾਂ ਨਾਲ ਥੋੜ੍ਹੇ ਜਿਹੇ ਸਵਾਲ ਜਵਾਬ ਕਰਾਂਗੇ। ਢੇਸੀ ਸਾਹਿਬ। ਬੱਲੀ ਸਾਹਿਬ, ਤੁਹਾਡਾ ਤਾਂ ਬਾਬੂਸ਼ਾਹੀ ਟਾਈਮਸ ਦਾ ਬਹੁਤ ਬਹੁਤ ਧੰਨਵਾਦ। ਇੱਕ ਦਫਾ ਫਿਰ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ ਆ। ਤੁਹਾਡੀ ਜਿਹੜੀ ਤਿਰਛੀ ਨਜ਼ਰ ਦੇ ਅਸੀਂ ਫਿਰ ਘੇਰੇ ਦੇ ਵਿੱਚ ਆਏ ਹਾਂ, ਮੈਨੂੰ ਬਹੁਤ ਬਹੁਤ ਖੁਸ਼ੀ ਹੋਈ ਹੈ। ਕਿਵੇਂ ਆਉਣਾ ਹੋਇਆ ਪੰਜਾਬ ਇਸ ਵਾਰ? ਦੇਖੋ ਜੀ ਬੱਲੀ ਸਾਹਿਬ, ਇਸ ਦਫਾ ਇਹ ਨਿੱਜੀ ਫੇਰੀ ਸੀ ਅਤੇ ਮੈਂ ਸਾਡੇ ਚਾਚਾ ਜੀ ਸਰਦਾਰ ਪਰਮਜੀਤ ਸਿੰਘ ਰਾਜਪੁਰ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਆਦਮਪੁਰ ਤੋਂ, ਉਹ ਸਾਡੇ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਸਮਾਗਮ ਹੁੰਦਾ, ਕੋਈ ਵੀ ਇੱਥੇ ਆਉਣ ਦਾ ਮੌਕਾ ਜੋ ਹੀਲਾ ਵਸੀਲਾ ਬਣਦਾ ਆ, ਤਾਂ ਉਹਨਾਂ ਦੇ ਨਾਲ ਹੀ ਸੰਪਰਕ ਹੁੰਦਾ। ਤਾਂ ਮੈਂ ਉਹਨਾਂ ਨੂੰ ਐਤਕੀ ਕਿਹਾ ਸੀ ਵੀ ਦੇਖੋ, ਆਪਾਂ ਜ਼ਿਆਦਾਤਰ ਨਿੱਜੀ ਫੇਰੀ ਰੱਖਣੀ ਆ। ਬੱਲੀ ਸਾਹਿਬ ਤੋਂ ਜਿਹੜੇ ਆਪਣੇ ਮੀਡੀਆ ਦੇ ਸੱਜਣ ਮਿੱਤਰ ਆ ਜਾਂ ਕੋਈ ਸਿਆਸੀ ਮਿੱਤਰ ਆ, ਉਹ ਆਪਾਂ 5-7 ਦਿਨਾਂ ਬਾਅਦ ਫਿਰ ਆਪਾਂ ਉਹਨਾਂ ਦੇ ਨਾਲ 1-2 ਦਿਨ ਮੁਲਾਕਾਤ ਕਰਕੇ ਤਾਂ ਫਿਰ ਵਾਪਸੀ ਹੋਊਗੀ। ਕਿਉਂਕਿ ਦੇਖੋ ਉੱਥੇ ਰੁਝੇਵਿਆਂ ਪਰ ਰੌਲਾ ਤਾਂ ਦੇਖੋ ਬੱਲੀ ਸਾਹਿਬ, ਉਹ ਤਾਂ ਮੈਨੂੰ ਪਤਾ ਤੁਸੀਂ ਕਿਸ ਗੱਲ ਦਾ ਜ਼ਿਕਰ ਕਰ ਰਹੇ ਹੋ। ਉਹ ਤਾਂ ਹਜੇ ਮੈਂ ਏਅਰਪੋਰਟ 'ਚੋਂ ਨਿਕਲਿਆ ਨਹੀਂ ਸੀ ਤਾਂ ਪਹਿਲਾਂ ਹੀ ਰੌਲਾ ਪੈ ਗਿਆ। ਪਰ ਉਹ ਮੇਰੀ ਖੁਆਇਸ਼ ਨਹੀਂ ਸੀ ਇਹ, ਤਾਂ ਇਹ ਤਾਂ ਵੈਸੇ ਕੁਦਰਤੀ ਕੁਛ ਮੈਨੂੰ ਦਾ ਸ਼ਰਾਰਤੀ ਅਨਸਰਾਂ ਨੇ ਸ਼ਿਕਾਇਤ ਕਰ ਦਿੱਤੀ ਸੀ ਵੀ ਇਹ ਬੰਦੇ ਦਾ ਵੀਜ਼ਾ ਰੱਦ ਕੀਤਾ ਜਾਵੇ। ਤਾਂ ਪਿਛਲੇ ਸਾਲ ਵੀ ਜਦੋਂ ਮੈਂ ਇੱਥੇ ਆਇਆ ਤਾਂ ਮੈਂ ਤਾਂ ਦੇਣਾ ਨਹੀਂ ਦੇ ਸਕਦਾ ਜਿਹੜੇ ਇੱਥੇ ਤੁਹਾਡੇ ਪੰਜਾਬੀਆਂ ਦਾ, ਜਿਹੜੇ ਇੱਥੇ ਇੰਡੀਆ ਦੇ ਵਿੱਚ ਜਿਹੜੇ ਸਾਡੇ ਸ਼ੁਭ ਚਿੰਤਕ ਨੇ, ਜਿਹੜੇ ਇੰਡੀਅਨ ਕਿਸਾਨ ਜਥੇਬੰਦੀਆਂ, ਇਸ ਦੇ ਨਾਲ ਨਾਲ ਜਿਹੜੇ ਇੱਥੇ ਸਮਾਜ ਸੇਵੀ ਸੰਸਥਾਵਾਂ, ਉਹਨਾਂ ਨੇ ਬਹੁਤ ਬਹੁਤ ਪਿਆਰ, ਸਨਮਾਨ, ਆਦਰ ਸਤਿਕਾਰ ਬਖਸ਼ਿਆ। ਉਹ ਮੈਂ ਸਾਰਾ ਕੁਛ ਬਟੋਰ ਕੇ ਆਪਣੇ ਹਿਰਦੇ ਦੇ ਵਿੱਚ ਤਾਂ ਉੱਥੇ ਬਾਹਰ ਵੀ ਲੈ ਕੇ ਗਿਆ। ਉਹਨਾਂ ਬਾਕੀ ਸਾਰਿਆਂ ਨੂੰ ਉੱਥੇ ਜਿੰਨੇ ਵੀ ਆਪਣੇ ਸੱਜਣ ਮਿੱਤਰ ਨੇ, ਉਹਨਾਂ ਨੂੰ ਦੱਸਿਆ ਵੀ ਇਹੋ ਜਿਹਾ ਪਿਆਰ ਉੱਥੇ ਪੰਜਾਬੀਆਂ ਨੇ ਜੋ ਮੈਨੂੰ ਇੰਡੀਆ ਦੇ ਵਿੱਚ ਬਖਸ਼ਿਆ, ਮੈਂ ਬਹੁਤ ਬਹੁਤ ਉਹਨਾਂ ਦਾ ਮਸ਼ਕੂਰ ਹਾਂ। ਪਰ ਕੁਛ ਇਹੋ ਜਿਹੇ ਉਦੋਂ ਸ਼ਖਸ ਵੀ ਸੀ ਜਿਨ੍ਹਾਂ ਨੇ ਸ਼ਿਕਾਇਤਾਂ ਵੀ ਕੀਤੀਆਂ ਵੀ ਇਹ ਬੰਦੇ ਦਾ ਵੀਜ਼ਾ ਰੱਦ ਕੀਤਾ ਜਾਵੇ ਕਰਕੇ। ਇਹਨੇ ਕਿਸਾਨ ਮੋਰਚੇ ਵੇਲੇ ਵੀ ਜੋ ਸਰਕਾਰ ਖਿਲਾਫ ਕੁਛ ਕਿਹਾ ਆ ਜੀ, ਇਹ ਐਂਟੀ ਨੈਸ਼ਨਲ ਆ ਜੀ, ਇਹ ਐਂਟੀ ਇੰਡੀਆ, ਇਹ ਫਲਾਣਾ ਧਮਕੜਾ। ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਮੈਂ ਸਰਕਾਰ ਨੂੰ ਤਦੀ ਮੈਂ ਗੁਜ਼ਾਰਿਸ਼ ਕੀਤੀ ਸੀ ਵੀ ਦੇਖੋ, ਤੁਸੀਂ ਇਹਨਾਂ ਗੱਲਾਂ ਨੂੰ ਜ਼ਿਆਦਾ ਤਰਜੀਹ ਨਾ ਦਿਓ। ਸਾਡਾ ਫਰਜ਼ ਜਿਹੜਾ ਬਣਦਾ, ਜਿਵੇਂ ਤੁਸੀਂ ਆਪਣੇ ਪਹਿਚਾਣ ਦੇ ਵਿੱਚ ਵੀ ਜੋ ਪਿਆਰ ਭਰੇ ਅਲਫਾਜ਼ ਵਰਤੇ ਸੀ ਕਿ ਮਨੁੱਖੀ ਅਧਿਕਾਰਾਂ ਦੇ ਬਾਰੇ ਗੱਲ ਕਰਨੀ ਡਟ ਕੇ। ਜੇ ਪੰਜਾਬੀਆਂ ਨੇ ਮਸੀਂ ਕਿਤੇ ਉਹਨਾਂ ਦਾ ਕੋਈ ਉੱਥੇ ਕੋਈ ਸਰਦਾਰ ਉੱਥੇ ਭੇਜਿਆ ਤਾਂ ਕੋਈ ਐਨ ਸ਼ੇਰਾਂ ਵਾਂਗ ਗਰਜਣਾ ਚਾਹੀਦਾ। ਉਹ ਮਨੁੱਖੀ ਅਧਿਕਾਰਾਂ 'ਤੇ ਗਰਜਣਾ ਸਾਡਾ ਫਰਜ਼ ਬਣਦਾ ਆ। ਪਰ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ, ਇੱਕ ਜਦੋਂ ਵਾਇਲੈਂਸ ਹੁੰਦੀ ਹੈ, ਕੋਈ ਵਾਇਲੈਂਟ ਹੋ ਜਾਂਦਾ ਹੈ ਜੀ, ਜਿਵੇਂ ਪਿੱਛੇ ਘਟਨਾਵਾਂ ਕੁਛ ਹੋਈਆਂ ਸੀ ਜੀ, ਉਹਦੇ ਬਾਰੇ ਫਿਰ ਤਾਂ ਉੱਥੇ ਫਿਰ ਆਇਆ ਤਾਂ ਤੁਹਾਨੂੰ ਲਕੀਰ ਖਿੱਚਣੀ ਪੈਂਦੀ ਹੈ ਨਾ। ਬਿਲਕੁਲ। ਦੇਖੋ ਹਿੰਸਾ ਬਾਰੇ, ਜਿਹੜੀ ਜਦੋਂ ਕੋਈ ਹਿੰਸਾ ਹੁੰਦੀ ਹੈ, ਭੰਨ ਤੋੜ ਹੁੰਦੀ ਹੈ, ਹਿੰਸਾ, ਮੈਂ ਤੁਹਾਡਾ ਸਵਾਲ ਮੈਂ ਬਿਲਕੁਲ ਪਹਿਚਾਣਦਾ, ਤਾਂ ਮੈਂ ਇਸ ਦੇ ਨਾਲ ਇਤਫਾਕ ਵੀ ਰੱਖਦਾ ਹਾਂ। ਦੇਖੋ, ਜਦੋਂ ਉੱਥੇ ਬਾਹਰ ਆ, ਲੰਡਨ ਆ, ਉੱਥੇ ਬਹੁਤ ਸਾਰੇ ਰੋਸ ਮੁਜ਼ਾਹਰੇ ਹੁੰਦੇ ਆ। ਜਿੱਦਾਂ ਇੱਥੇ ਇੰਡੀਆ ਹੀ ਨਹੀਂਗਾ, ਤੁਸੀਂ ਨਹੀਂ, ਇੱਥੇ ਸਾਰੇ ਰੋਸ ਮੁਜ਼ਾਹਰੇ ਸਾਰੇ ਇੱਥੇ ਹੀ ਨਹੀਂ ਹੁੰਦੇ, ਉੱਧਰ ਵੀ ਬਹੁਤ ਹੁੰਦੇ ਆ। ਕਿਉਂਕਿ ਉਹ ਇੱਕ ਗਲੋਬਲ ਕੈਪੀਟਲ ਆ ਜਿੱਥੇ ਹਰ ਵਰਗ ਦੇ ਲੋਕ ਨੇ ਤੋਂ ਹਰ ਪਹਿਚਾਣ ਦੇ ਲੋਕ ਨੇ। ਉੱਥੇ ਕੋਈ ਅਮਨ ਸ਼ਾਂਤੀ ਨਾਲ ਆਪਣੀ ਗੱਲ ਆਖੇ ਸਰਕਾਰ ਨੂੰ ਮਨਜ਼ੂਰ ਆ। ਪਰ ਜੇ ਤੁਸੀਂ ਤਾਂ ਆਪਾਂ ਜਿਹੜੀ ਗੱਲ ਤੁਸੀਂ ਹਿੰਸਾ ਦੀ ਗੱਲ ਆਖੀ ਆ, ਜਿਹੜਾ ਇੰਡੀਅਨ ਹਾਈ ਕਮਿਸ਼ਨ ਉੱਥੇ ਬਾਹਰ ਜਦੋਂ ਕੋਈ ਉੱਥੇ ਰਿਪੋਰਟਸ ਆਈਆਂ ਕਿ ਉੱਥੇ ਭੰਨ ਤੋੜ ਹੋਈ ਆ ਕੋਈ ਸ਼ੀਸ਼ਿਆਂ ਦੀ, ਜਾਂ ਉੱਥੋਂ ਜਿਹੜਾ ਤਿਰੰਗਾ ਝੰਡਾ ਉਹ ਕਿਸੇ ਨੇ ਉਤਾਰਿਆ ਉੱਥੇ ਉੱਪਰ ਚੜ੍ਹ ਕੇ, ਤਾਂ ਇਹ ਸਾਰੀਆਂ ਚੀਜ਼ਾਂ ਦੀ ਨਿਖੇਧੀ ਉੱਥੇ ਸਰਕਾਰ ਨੇ ਵੀ ਕੀਤੀ, ਉੱਥੇ ਮੇਰੇ ਵਰਗੇ ਨੇ ਵੀ ਕੀਤੀ, ਵਿਰੋਧੀ ਧਿਰ ਨੇ ਵੀ ਕੀਤੀ, ਜੋ ਉੱਥੇ ਲੰਡਨ ਦੇ ਮੇਅਰ ਨੇ ਸਦੀਕ ਖਾਨ, ਉਹਨਾਂ ਨੇ ਵੀ ਕੀਤੀ ਵੀ ਇਹਦੇ 'ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ। ਕਿਸੇ ਨੂੰ ਵੀ ਹੱਕ ਨਹੀਂਗਾ ਵੀ ਉਹ ਹਿੰਸਕ ਤੌਰ 'ਤੇ ਕਿਸੇ ਵੀ, ਚਾਹੇ ਉਹ ਐਂਬੈਸੀ ਕੋਈ ਹੋਵੇ, ਇੰਡੀਅਨ ਜਾਂ ਹਾਈ ਕਮਿਸ਼ਨ ਹੋਵੇ, ਉਸ 'ਤੇ ਕਿਸੇ ਨੂੰ ਵੀ ਇਹ ਹੱਕ ਨਹੀਂਗਾ ਵੀ ਉਹਨਾਂ 'ਤੇ ਕੋਈ ਇੱਦਾਂ ਦੀ ਵੈਂਡਲਿਜ਼ਮ ਜਾਂ ਭੰਨ ਤੋੜ ਹੋਵੇ ਜਾਂ ਇੱਦਾਂ ਦੀ ਕੋਈ ਅਣਸੁਖਾਵੀ ਘਟਨਾ ਵਾਪਰੇ। ਪਰ ਮੈਨੂੰ ਪਤਾ ਵੀ ਕੁਛ ਜਿਹੜੇ ਵਿਅਕਤੀ ਨੇ ਉਹ ਇਸ ਗੱਲ ਨੂੰ ਤਾਂ ਅਹਿਮੀਅਤ ਨਹੀਂ ਦਿੰਦੇ। ਉਹ ਇਹ ਨਾ ਲੋਕਾਂ ਤੱਕ ਇਹ ਖੁਲਾਸਾ ਪਹੁੰਚਾਉਂਦੇ ਨੇ ਵੀ ਕਿਸ ਤਰੀਕੇ ਨਾਲ ਉੱਥੇ ਦੇ ਪ੍ਰਸ਼ਾਸਨ ਨੇ, ਉੱਥੇ ਵਿਰੋਧੀ ਧਿਰ ਨੇ, ਉੱਥੇ ਸਾਡੇ ਵਰਗਿਆਂ ਨੇ ਕਿਵੇਂ ਆਵਾਜ਼ ਉਠਾਈ।
ਪਰ ਉਹਨਾਂ ਨੂੰ ਸਿਰਫ ਉਦੋਂ ਹੀ ਗੱਲ ਚੁੱਭਦੀ ਹੈ ਜੇ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ। ਪਰ ਮਨੁੱਖੀ ਅਧਿਕਾਰ ਚਾਹੇ ਉਹ ਕੋਈ ਪ੍ਰਦਰਸ਼ਨਕਾਰੀ ਆ, ਚਾਹੇ ਉਹ ਕਿਸੇ ਐਂਬੈਸੀ ਦੇ ਜਾਂ ਹੋਰ ਕੋਈ ਆਪਣੇ ਕਰਮਚਾਰੀ ਨੇ, ਤੇ ਚਾਹੇ ਕੋਈ ਕਿਸਾਨ ਨੇ, ਚਾਹੇ ਕੋਈ ਘੱਟ ਗਿਣਤੀ ਹੈ, ਚਾਹੇ ਕੋਈ ਮਜ਼ਲੂਮ ਆ, ਸਾਰਿਆਂ ਦੇ ਮਨੁੱਖੀ ਅਧਿਕਾਰ ਇੱਕ ਬਰਾਬਰ ਹੁੰਦੇ। ਤੇ ਸਾਡਾ ਫਰਜ਼ ਬਣਦਾ ਆ ਬਤੌਰ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਨਾਤੇ ਵੀ ਉਹਨਾਂ 'ਤੇ ਪਹਿਰਾ ਦਈਏ। ਦੇਖੋ ਸਾਨੂੰ ਤਾਂ ਗੁੜਤੀ 'ਚੋਂ ਹੀ ਇਹ ਗੁਰੂ ਸਾਹਿਬਾਨਾਂ ਵੱਲੋਂ ਜਿਹੜੀ ਸਿੱਖਿਆ ਆ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਤਾਂ ਹੱਕ ਸੱਚ ਦੀ ਗੱਲ ਕਰਨੀ ਆ, ਆਪਣੇ ਹੱਕਾਂ ਲਈ ਵੀ ਖੜਨਾ ਤਾਂ ਹੋਰਨਾਂ ਦੇ ਹੱਕਾਂ ਲਈ ਵੀ ਖੜਨਾ ਆ, ਨਹੀਂ ਤਾਂ ਲਾਹਨਤ ਹੈ ਸਾਡੇ ਵਰਗਿਆਂ 'ਤੇ। ਹੁਣ ਜਿਹੜੀ ਯੂਕੇ ਤੇ ਇੰਡੀਆ ਦੇ ਰਿਲੇਸ਼ਨ ਇਸ ਵੇਲੇ ਕੀ ਸਮਝਦੇ ਹਨ, ਕਿਸ ਤਰ੍ਹਾਂ ਦੇ ਨੇ? ਜੀ ਦੇਖੋ, ਮੈਂ ਤਾਂ ਸਮਝਦਾ ਹਾਂ ਕਿ ਕਾਫੀ ਲੰਬੇ ਸਮੇਂ ਤੋਂ ਕਿ ਉਹ ਵਧੀਆ ਸੰਬੰਧ ਨੇ, ਉਹ ਹੋਰ ਵੀ ਉਹਨਾਂ ਦੇ ਵਿੱਚ ਮਜ਼ਬੂਤੀ ਆਵੇਗੀ। ਤੁਸੀਂ ਦੇਖਿਆ ਹੋਊਗਾ ਕਿ ਜਦੋਂ ਇੰਡੀਆ ਦੇ ਚਾਹੇ ਉਹ ਪ੍ਰਧਾਨ ਮੰਤਰੀ ਨੇ ਜਾਂ ਉੱਥੋਂ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਾਂਦੇ ਨੇ, ਉਹ ਇਸ ਦਫਾ ਜਿਹੜੇ ਜੀਓ ਪੋਲੀਟੀਕਲ ਤੌਰ 'ਤੇ ਵੀ ਜੋ ਯੂਕੇ ਤੇ ਇੰਡੀਆ ਦੇ ਵੀ ਸੰਬੰਧ ਵੱਧ ਰਹੇ ਨੇ, ਹੋਰ ਦੇਸ਼ਾਂ ਦੇ ਨਾਲ ਵੀ ਜਿਹੜੇ ਪੱਛਮੀ ਦੇਸ਼ ਨੇ ਉਹਨਾਂ ਨੇ ਨਾਲ ਵੱਧ ਰਹੇ ਨੇ, ਕਿਉਂਕਿ ਜੋ ਯੂਕਰੇਨ ਦੇ ਵਿੱਚ ਜਿਹੜੀ ਲੜਾਈ ਆ ਉਹਦੇ ਨਾਲ ਜੋ ਯੂਕੇ ਜਾਂ ਬਾਕੀ ਜਿਹੜਾ ਯੂਰਪ ਆ ਜਾਂ USA ਵਗੈਰਾ ਆ, ਇਹ ਦੇਸ਼ਾਂ ਦੇ ਜਿਹੜੇ ਤਾਲੁਕ ਨੇ ਰੂਸ ਦੇ ਨਾਲ, ਉਹ ਬਹੁਤ ਕੜੱਤਣ ਪੈਦਾ ਹੋ ਗਈ ਨੇ। ਤਾਂ ਜਿਹੜਾ ਚੀਨ ਦੇ ਨਾਲ ਵੀ ਬਹੁਤ ਕੜੱਤਣ ਭਰੇ ਜੋ ਆਪਾਂ ਮਾਹੌਲ 'ਚੋਂ ਲੰਘ ਰਹੇ ਆ, ਸੋ ਉਹਦੇ ਵਿੱਚ ਮੈਂ ਤਾਂ ਹੀ ਪੁੱਛ ਰਿਹਾ ਵੀ ਕਿਉਂਕਿ ਇੰਡੀਆ ਨੇ ਆਪਣੇ ਆਪ ਨੂੰ ਵੱਖ ਰੱਖਿਆ ਔਰ ਯੂਰਪ ਔਖਾ ਵੀ ਸੀ ਇਹਦੇ। ਬਿਲਕੁਲ, ਦੇਖੋ ਇਹ ਹੁਣ ਮੌਕਾ ਵਾਕਈ ਇੰਡੀਆ ਦੇ ਕੋਲ ਵੀ ਇਹ ਮੌਕਾ ਹੈਗਾ ਆ ਕਿ ਜਿਹੜੇ ਯੂਰਪੀਅਨ ਦੇਸ਼ਾਂ ਜਾਂ ਉਧਰ ਅਮਰੀਕਾ, ਕੈਨੇਡਾ ਜਾਂ ਹੋਰ ਜਿਹੜੇ ਪੱਛਮੀ ਦੇਸ਼ ਨੇ ਉਹਨਾਂ ਦੇ ਨਾਲ ਵਧੀਆ ਤਾਲੁਕ ਬਣ ਸਕਦੇ ਨੇ। ਤਾਂ ਇਹ ਦੋਨੋਂ ਤਰਫੋਂ ਜਿਹੜਾ ਮੈਨੂੰ ਲੱਗਦਾ ਕਦਮ ਚੁੱਕੇ ਜਾ ਰਹੇ ਨੇ। ਜਿਹੜੀ ਪੰਜਾਬੀਆਂ ਦੀ ਜਾਂ ਆਪਣੀ ਜਿਹੜੀ ਇੰਡੀਅਨ ਕਮਿਊਨਿਟੀ ਹੈ, ਉਹਦੀ ਜਿਹੜੀ ਨਵੀਂ ਪੀੜ੍ਹੀ ਹੈ ਉਹ ਕੀ ਸੋਚਦੀ ਹੈ ਪੰਜਾਬ ਬਾਰੇ, ਇੰਡੀਆ ਬਾਰੇ, ਕਿ ਇੱਧਰ ਆਉਣਾ ਚਾਹੁੰਦੀ ਹੈ, ਉਹ ਕੀ ਸੋਚਦੀ ਹੈ? ਜੀ ਦੇਖੋ ਬਲੀ ਸਾਹਿਬ, ਮੈਂ ਇੱਥੇ ਚੰਡੀਗੜ੍ਹ ਬੈਠਾ ਹਾਂ, ਇੱਥੇ ਜਿਹੜੇ ਸਾਡੇ ਕਈ ਮੰਤਰੀ ਸਾਹਿਬਾਨਾਂ ਨਾਲ ਵੀ ਗੱਲ ਹੋਈ ਆ, ਮੈਂ ਸਮੇਂ-ਸਮੇਂ 'ਤੇ ਵੀ ਉਹਨਾਂ ਨਾਲ ਗੱਲਬਾਤ ਕਰਦਾ ਰਹਿੰਦਾ ਹਾਂ। ਅਤੇ ਪਿਛਲੇ ਸਾਲ ਜਦੋਂ ਮੈਂ ਆਇਆ ਸੀ, ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕੀਤੀ, ਉਦੋਂ ਮਾਨ ਸਾਹਿਬ ਨਾਲ। ਜਦੋਂ ਉਸ ਤੋਂ ਪਿਛਲੀ ਦਫਾ ਵੀ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ, ਚਾਹੇ ਉਹ ਇੱਥੇ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ, ਚਾਹੇ ਉਹ ਮੁੱਖ ਮੰਤਰੀ ਹੋਣ, ਚਾਹੇ ਉਹ ਵਿਰੋਧੀ ਧਿਰ ਹੋਵੇ, ਜਦੋਂ ਦਿੱਲੀ ਵੀ ਜਾਣ ਦਾ ਮੌਕਾ ਮਿਲਦਾ ਹੈ, ਚਾਹੇ ਉੱਥੇ ਦੇ ਮੰਤਰੀ ਸਾਹਿਬਾਨਾਂ ਨਾਲ ਉੱਥੇ ਸਰਕਾਰ ਦੇ ਚੁਣੇ ਹੋਏ ਜਿਹੜੇ ਨੁਮਾਇੰਦੇ ਹੁੰਦੇ ਨੇ, ਉਹ ਅਸੀਂ ਇਹੀ ਗੱਲਾਂ ਕਰਦੇ ਹਾਂ ਕਿ ਦੇਖੋ NRIs ਲਈ ਜੋ ਤੁਸੀਂ ਉਹਨਾਂ ਦੀ ਖਬਰਸਾਰ ਲਓ, ਕਿਉਂਕਿ ਉੱਥੇ ਜਿਹੜੇ ਬਹੁਤ ਸਾਰੇ ਲੋਕੀ ਨੇ ਉਹ ਟੁੱਟ ਰਹੇ ਨੇਗੇ, ਜੋ ਇੰਡੀਆ ਤੋਂ ਟੁੱਟ ਰਹੇ ਨੇ, ਕਿਉਂਕਿ ਉੱਥੇ ਆਵਾਜਾਈ ਵੀ ਉਹਨਾਂ ਦੀ ਘੱਟ ਰਹੀ ਆ। ਜਿਹੜੇ ਸਾਡੇ ਤੋਂ ਜਿਹੜੀ ਪਹਿਲਾਂ ਪੀੜ੍ਹੀ ਸੀਗੀ, ਜਿਹੜੇ ਬਜ਼ੁਰਗ ਪੀੜ੍ਹੀ ਸੀ, ਉਹਨਾਂ ਦਾ ਪਿਆਰ ਬਹੁਤ ਜ਼ਿਆਦਾ ਸੀ। ਹੌਲੀ ਹੌਲੀ ਜੇ ਆਪਾਂ ਕਦਮ ਕੋਈ ਨਾ ਚੁੱਕੇ ਤਾਂ ਉਹਨਾਂ ਦਾ ਪਿਆਰ, ਉਹ ਅਗਲੀਆਂ ਪੀੜ੍ਹੀਆਂ ਦਾ ਜਿਹੜਾ ਇੱਥੇ ਜੋੜ ਆ ਉਹ ਘਟਦਾ ਜਾਊਗਾ। ਇੱਥੇ ਮੈਂ ਮਿਸਾਲ ਦੇ ਤੌਰ 'ਤੇ ਮੈਂ ਇੱਥੇ ਜਦੋਂ ਜਿਹੜੇ ਕਈ ਅਲੇਕਾ ਮਸਲੇ ਜਿਹੜੇ ਅੱਜ ਵੀ ਮੈਂ ਜੋ ਮਾਣਯੋਗ ਖੇਡ ਮੰਤਰੀ ਸਾਹਿਬ ਨਾਲ, ਮਾਲ ਮੰਤਰੀ ਸਾਹਿਬ ਜਾਂ ਹੋਰਨਾਂ ਮੰਤਰੀਆਂ ਸਾਹਿਬਾਨਾਂ ਨਾਲ, NRI ਮੰਤਰੀ ਜਿਹੜੇ ਧਾਲੀਵਾਲ ਸਾਹਿਬ ਵੀ, ਉਹਨਾਂ ਨਾਲ ਵੀ ਉਦੋਂ ਪਹਿਲਾਂ ਵੀ CM ਨਾਲ ਮੀਟਿੰਗ ਹੋਈ, CM ਨਾਲ ਮੁਲਾਕਾਤ ਹਜੇ ਤਾਂ ਨਹੀਂ ਹੋਈ ਜੀ ਉਹਨਾਂ ਦੇ ਨਾਲ, ਪਰ ਜਦੋਂ ਵੀ ਉਹ ਬਹੁਤ ਆਪਣਾ ਸਮਾਜ ਦਾ ਜਾਂ ਪਿਆਰ ਬਖਸ਼ਦੇ ਨੇ, ਮੈਂ ਉਹਨਾਂ ਨੂੰ ਇਹੀ ਬੇਨਤੀ ਹੁੰਦੀ ਆ ਕਿ ਜਿਹੜੇ ਜ਼ਮੀਨੀ ਝਗੜੇ, ਜਿਹੜੇ ਕਬਜ਼ੇ ਹੁੰਦੇ ਨੇ NRIs ਦੇ ਜ਼ਮੀਨ 'ਤੇ, ਇਹ ਬਹੁਤ ਹੀ ਜਿਹੜੇ ਫਿਕਰ ਦਾ ਜੋ ਮਸਲਾ ਹੈਗਾ, ਕਿਉਂਕਿ ਉਹ ਜਦੋਂ ਲੋਕੀ ਖੱਜਲ ਖੁਆਰ ਹੋ ਕੇ ਉਹ ਵਾਪਸ ਆਪਣੀ ਜਿਹੜਾ ਪੂੰਜੀ ਨਿਵੇਸ਼ ਉਹ ਖਿੱਚ ਲੈਂਦੇ ਨੇ। ਸਪੈਸੀਫਿਕ ਹੈ ਦਿਮਾਗ 'ਚ ਆਉਂਦਾ ਜਾਂ ਸੁਜੈਸਟ ਕੀਤਾ ਵੀ ਆਹ ਕਰੋ, ਤੇ ਜਿਹਦੇ ਨਾਲ ਉਹਨਾਂ ਦੇ ਐਡਰੈਸ ਹੋਣਗੇ? ਕੋਈ ਇਸ ਤਰ੍ਹਾਂ ਦਾ ਕੋਈ ਸੁਜੈਸ਼ਨ ਦਿੱਤੀ, ਤੁਸੀਂ ਸੁਝਾਅ ਜਾਂ ਤੁਹਾਡੇ ਮਨ 'ਚ ਵੀ ਆਹ ਕਰਨਾ ਚਾਹੀਦਾ ਸਰਕਾਰ ਨੂੰ NRIs ਵਾਸਤੇ? ਬਿਲਕੁਲ ਜੀ, ਮੈਂ ਦੇਖੋ ਉਹਨਾਂ ਨੂੰ ਇਹੀ ਬੇਨਤੀ ਕੀਤੀ ਕਿ ਪਾਰਦਰਸ਼ਤਾ ਹੋਣੀ ਚਾਹੀਦੀ ਆ, ਕਿ ਜੋ ਉਹਨਾਂ ਨੂੰ ਜੋ ਕੋਰਟ ਕਚਹਿਰੀਆਂ ਦੇ ਵੀ ਜਿਹੜੇ ਕਈ ਮਸਲੇ ਨੇ, ਕਈ ਸਾਲ ਤੱਕ ਉਹਨਾਂ ਦੇ ਜ਼ਮੀਨੀ ਝਗੜੇ ਇੱਦਾਂ ਹੀ ਚੱਲਦੇ ਰਹਿੰਦੇ ਨੇ। ਕਈ ਦਫਾ ਉਹਨਾਂ ਨੂੰ ਜਿਹੜਾ ਪ੍ਰਸ਼ਾਸਨ ਵੱਲੋਂ ਵੀ ਜਾਂ ਪੁਲਿਸ ਜਾਂ ਅਫਸਰਸ਼ਾਹੀ ਤੋਂ ਉਹਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਆ। ਸੋ ਜੋ ਮੰਤਰੀ ਸਾਹਿਬਾਨਾਂ ਨੇ ਵੀ ਮੈਨੂੰ ਇਹੀ ਜੋ ਵਿਸ਼ਵਾਸ ਦਿਵਾਇਆ ਕਿ ਇਹਦੇ ਲਈ ਉਹ ਬਹੁਤ ਗੰਭੀਰਤਾ ਦੇ ਨਾਲ ਕਦਮ ਚੁੱਕ ਰਹੇ ਨੇ। ਉਹਨਾਂ ਨੇ ਜਿਹੜਾ ਮੈਨੂੰ ਬਕਾਇਦਾ ਜਿਹੜਾ WhatsApp ਨੰਬਰ ਹੈ NRIs ਲਈ, ਉਹ ਵੀ ਜੋ ਮੈਨੂੰ ਦਿੱਤਾ ਵੀ ਕਿਸੇ ਨੂੰ ਕੋਈ ਵੀ ਸਮੱਸਿਆ ਹੁੰਦੀ ਨੇ ਤਾਂ ਤੁਸੀਂ ਇਸ ਨੰਬਰ 'ਤੇ ਉਹ ਜਿਹੜੇ NRI ਨੇ ਉਹ ਸਾਨੂੰ ਪੂਰਾ ਵਿਸਥਾਰ ਦੇ ਨਾਲ ਉਹ ਲਿਖ ਕੇ ਭੇਜਣ। ਉਹ ਮੈਂ ਜਿਹੜੇ ਉੱਥੇ ਹਲਕਾ ਨਿਵਾਸੀ ਨੇ, ਚਾਹੇ ਉਹ ਸਲੋਹ ਦੇ ਨੇ ਜਾਂ ਬਾਕੀ, ਜਦੋਂ ਮੈਂ UK ਵੀ ਵਾਪਸ ਜਾਊਂਗਾ, ਹੁਣ ਜਦੋਂ ਤੁਹਾਡੇ ਵਰਗੇ ਮਿੱਤਰ ਜਿਹੜੇ ਮੀਡੀਆ ਦੇ ਹੁੰਦੇ ਨੇ, ਉਹਨਾਂ ਦੇ ਰਾਹੀਂ ਜੋ ਮੈਂ ਇਸ ਗੱਲ ਦਾ ਜ਼ਰੂਰ ਮੈਂ ਜ਼ਿਕਰ ਕਰੂੰਗਾ ਕਿ ਦੇਖੋ ਤੁਸੀਂ ਆਪਣੀ ਜਿਹੜੀ ਗੱਲ ਆ ਸਲੀਕੇ ਤਰੀਕੇ ਦੇ ਨਾਲ ਉੱਥੇ ਕਰੋ। ਤੁਹਾਡੇ ਕੋਲ ਕੇਸ ਆਉਂਦੇ ਹੋਣੇ ਆ ਕੋਈ ਸਪੈਸੀਫਿਕ, ਜਦੋਂ ਤੁਸੀਂ ਇੱਥੇ ਰੈਫਰ ਕਰਦੇ ਹੋ ਕਿ ਤੁਹਾਨੂੰ ਰਿਸਪੌਂਸ ਮਿਲਦਾ? ਜੀ ਦੇਖੋ, ਇਹ ਤਾਂ ਅਨੇਕਾਂ
ਇਹ ਦਰਜਨਾਂ ਤੋਂ ਵੀ ਜ਼ਿਆਦਾ ਜਿਹੜੇ ਅਲੱਗ-ਅਲੱਗ ਉੱਥੇ ਬਹੁਤ ਲੋਕੀ ਉਹਨਾਂ ਨੂੰ ਦੁੱਖ ਤਕਲੀਫ ਹੈ। ਤਦੀ ਤਾਂ ਮੈਂ ਕਹਿੰਦਾ ਵੀ ਜਿਹੜਾ ਇੱਥੇ ਦਾ ਜਿਹੜਾ FDI ਜਿਹੜਾ ਫੋਰਨ ਡਾਇਰੈਕਟ ਇਨਵੈਸਟਮੈਂਟ ਆ, ਜਿਹੜੇ NRIs ਜਿਹੜੇ ਨੋਨ ਰੈਜ਼ੀਡੈਂਟ ਇੰਡੀਅਨਸ ਨੇ, ਉਹਨਾਂ ਜਿੰਨਾ ਇੰਡੀਆ ਦੇ ਵਿੱਚ ਪੂੰਜੀ ਨਿਵੇਸ਼ ਕਰਨਾ ਆ ਸ਼ਾਇਦ ਹੀ ਹੋਰ ਕੋਈ ਕਰ ਪਾਵੇ। ਪਰ ਜੇ ਉਹ ਆਪਣਾ ਪੈਸਾ ਇੱਥੋਂ ਕੱਢੀ ਜਾਣ ਜਾਂ ਅਗਲੀ ਪੀੜ੍ਹੀ ਨੂੰ ਕਹੀ ਜਾਣ ਵੀ ਉੱਥੇ ਨਾ ਤੁਸੀਂ ਪੂੰਜੀ ਨਿਵੇਸ਼ ਕਰੋ ਕਿਉਂਕਿ ਉੱਥੇ ਸਾਨੂੰ ਭਰੋਸਾ ਨਹੀਂਗਾ, ਤਾਂ ਇਹ ਮਾੜੀ ਗੱਲ ਆ। ਉੱਥੇ ਮੈਂ ਸਮਝਦਾ ਹਾਂ ਕਿ ਜੋ ਸਾਡੇ ਵਰਗੇ ਉੱਥੇ ਬਾਹਰ ਵੀ ਬੈਠੇ ਨੇ ਤੇ ਜਿਹੜੇ ਪੰਜਾਬ ਜਾਂ ਇੰਡੀਆ ਦੇ ਨਾਲ ਜਿਨ੍ਹਾਂ ਦਾ ਦਿਲੀ ਤਾਂਘ ਜਿਹੜੀ ਜੁੜੀ ਹੋਈ ਆ, ਪਰ ਮੈਂ ਸਮਝਦਾ ਕਿ ਇਹ ਇੱਥੇ ਇਸ ਦੇਸ਼ ਦੇ ਲਈ ਵੀ ਮਾੜੀ ਗੱਲ ਆ। ਸੋ ਇਸ ਸਿਲਸਿਲੇ ਦੇ ਵਿੱਚ ਮੈਂ ਉਹਨਾਂ ਨੂੰ ਦੇਖੋ, ਸਾਡਾ ਸਮੇਂ-ਸਮੇਂ 'ਤੇ ਗੱਲ ਚੱਲਦੀ ਰਹਿੰਦੀ ਆ। ਪਿਛਲੇ ਸਾਲ ਵੀ ਮੈਂ ਸ਼ੁਕਰਗੁਜ਼ਾਰ ਹਾਂ ਧਾਲੀਵਾਲ ਸਾਹਿਬ ਉਹਨਾਂ ਦਾ ਕਿ ਉਹਨਾਂ ਨੇ ਉਦੋਂ ਇੱਕ ਸਾਡੇ ਹੀ ਇੱਕ ਹਲਕੇ ਦਾ ਜੋ ਮਸਲਾ ਸੀਗਾ, ਉਹਨਾਂ ਨੂੰ ਉਸ ਨੂੰ ਸੰਜੀਦਗੀ ਦੇ ਨਾਲ ਲੈਂਦੇ ਹੋਏ ਅਤੇ ਉੱਥੇ ਉਹਨਾਂ ਦੇ ਪਿੰਡ ਜਾ ਕੇ ਵੀ ਉਹਨਾਂ ਨੇ ਕਿਹਾ ਵੀ ਦੇਖੋ ਮੈਂ ਤੁਹਾਡੀ ਖਬਰਸਾਰ ਲਊਂਗਾ ਤਾਂ ਮੈਂ ਇਸ ਮਸਲੇ ਨੂੰ ਨਜਿੱਠਣ ਲਈ ਪੂਰਾ ਤਨਦੇਹੀ ਦੇ ਨਾਲ ਮਿਹਨਤ ਕਰੂੰਗਾ। ਤਾਂ ਮੈਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਹੈ ਕਿ ਦੇਖੋ ਇਸ ਚੀਜ਼ ਦੀ ਗੰਭੀਰਤਾ ਨੂੰ ਤੁਸੀਂ ਪਹਿਚਾਨੋ, ਕਿਉਂਕਿ ਜੇ ਆਪਾਂ ਨਹੀਂ ਪਹਿਚਾਣਦੇ ਇਹ ਸਾਲ ਬਸ ਹਰ ਸਾਲ ਇਹਦਾ ਮਿਆਰ ਡਿੱਗਦਾ ਜਾਣਾ ਆ ਤਾਂ ਨਾਤੇ ਟੁੱਟਦੇ ਜਾਣੇ ਆ। ਫਿਜ਼ੀਕਲੀ ਵੀ ਤੇ ਸੱਭਿਆਚਾਰਕ ਤੌਰ ਤੇ ਵੀ ਦੋਵੇਂ ਟੁੱਟ ਜਾਣਗੇ। ਬਿਲਕੁਲ। ਲਾਸਟ ਸਵਾਲ, ਆਖਰੀ ਸਵਾਲ, ਮੈਂ ਤੁਹਾਡਾ ਬੇਟਾ ਨਾਲ ਆਇਆ ਹੈ, ਮੈਂ ਉਹਨੂੰ ਪੁੱਛ ਰਿਹਾ ਸੀ ਵੀ ਪੰਜਾਬੀ ਪੜ੍ਹਦੇ ਹੋ? ਉਹ ਕਹਿੰਦਾ ਹਾਂ ਮੈਂ ਪੰਜਾਬੀ ਪੜ੍ਹਦਾ। ਮੈਂ ਕਿਹਾ ਸਕੂਲ 'ਚ? ਕਹਿੰਦਾ ਨਹੀਂ ਬਾਹਰ। ਉੱਥੇ ਕੀ ਪੋਜੀਸ਼ਨ ਹੈ? ਤੁਸੀਂ ਉੱਥੋਂ ਦੇ ਜੰਮਪਲ ਹੋ ਪਰ ਫਿਰ ਵੀ ਬੜੀ ਸੋਹਣੀ ਪੰਜਾਬੀ ਬੋਲਦੇ ਹੋ, ਨੋਰਮਲ ਬੋਲ ਰਹੇ ਹੋ ਆਮਤਾਲ। ਪੰਜਾਬੀ ਦੀ ਲੈਂਗੁਏਜ ਦੀ ਬਾਰੇ ਉੱਥੇ ਕੀ ਪੋਜੀਸ਼ਨ ਹੈ? ਪੜ੍ਹਾਈ ਜਾਂਦੀ ਹੈ, ਨਹੀਂ ਪੜ੍ਹਾਈ ਜਾਂਦੀ? ਤੇ ਨਵੀਂ ਪੀੜ੍ਹੀ ਨੂੰ ਉਹਦੇ ਨਾਲ ਜਿਹੜਾ ਕੋਈ ਰਾਬਤਾ ਹੈਗਾ ਪੰਜਾਬੀ ਨਾਲ? ਬਿਲਕੁਲ ਜੀ, ਦੇਖੋ ਪੰਜਾਬੀ ਜਿਹੜੀ ਜ਼ੁਬਾਨ ਆ ਬੜੀ ਮਿਠਾਸ ਭਰੀ ਆ। ਬਹੁਤ ਹੀ ਆਪਾਂ ਖੁਸ਼ਕਿਸਮਤ ਆ ਜਿਹੜੇ ਪੰਜਾਬੀ ਪਿਛੋਕੜ ਆ ਕਿ ਇਹੋ ਜਿਹਾ ਅਮੀਰ ਵਿਰਸਾ, ਇਹੋ ਜਿਹਾ ਅਮੀਰ ਸੱਭਿਆਚਾਰ ਆਪਾਂ ਨੂੰ ਮਿਲਿਆ। ਜਿਹੜੀ ਜ਼ੁਬਾਨ, ਜਿਹੜੀ ਇਹ ਭਾਸ਼ਾ ਆ, ਇੱਕ ਪੰਜਾਬੀ ਭਾਸ਼ਾ ਤਾਂ ਇਹ ਸੱਭਿਆਚਾਰ ਤਾਂ ਹੈਗਾ। ਜਿਹੜੇ ਅਨੇਕਾਂ ਪੰਜਾਬੀ ਹੋਣ, ਚਾਹੇ ਉਹ ਕਿਸੇ ਵੀ ਮਜ਼ਹਬ ਦੇ ਨਾਲ, ਚਾਹੇ ਕੋਈ ਹਿੰਦੂ ਹੋਵੇ, ਮੁਸਲਿਮ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਉਹ ਪੰਜਾਬੀ ਜ਼ੁਬਾਨ ਜਾਂ ਭੰਗੜੇ ਦੇ ਨਾਲ ਜਾਂ ਸੱਭਿਆਚਾਰ ਦੇ ਨਾਲ ਉਹ ਆਪਾਂ ਨੂੰ ਇੱਕ ਕੜੀ ਹੈ ਜਿਹੜੀ ਜੋੜ ਕੇ ਰੱਖਦੀ ਆ। ਸੋ ਮੈਂ ਤਾਂ ਉੱਥੇ ਵੀ ਕਹਿੰਦਾ ਹੁੰਦਾ ਕਿ ਦੇਖੋ ਤੁਸੀਂ ਪੰਜਾਬੀ ਜ਼ੁਬਾਨ ਨੂੰ ਤੁਸੀਂ ਨਾ ਭੁੱਲੋ। ਕਈ ਅੰਗਰੇਜ਼ੀ ਨੂੰ ਤਰਜੀਹ ਦੇਣ ਲੱਗ ਪੈਂਦੇ ਆ, ਕਈ ਹਿੰਦੀ ਨੂੰ ਤਰਜੀਹ ਦੇਣ ਲੱਗ ਪੈਂਦੇ ਆ। ਜੇ ਇੱਥੇ ਇੰਡੀਆ 'ਚ ਵੀ ਮੈਂ ਕਈ ਵਾਰ ਦੇਖਦਾ, ਮੈਂ ਤਾਂ ਸੋਚਦਾ ਹੁੰਦਾ ਵੀ ਦੇਖੋ ਇਹ ਤੋਂ ਜ਼ਿਆਦਾ ਪੰਜਾਬੀ ਤਾਂ ਕਈ ਵਾਰੀ ਉਧਰ ਬਾਹਰ ਜਿਹੜੇ ਬੈਠੇ ਇਹ ਵਿਅਕਤੀ। ਥੋੜਾ ਸਪੈਸੀਫਿਕ ਸਵਾਲ ਹੈ ਵੀ ਉੱਥੇ ਐਫਰਟ ਜਿਵੇਂ ਕੈਨੇਡਾ ਦੇ ਵਿੱਚ ਉਹਨਾਂ ਨੇ ਥਰਡ ਲੈਂਗੁਏਜ ਕਰਵਾ ਲਈ, ਸੈਕੰਡ ਕਰਵਾ ਲਈ, ਸਿੰਗਾਪੁਰ 'ਚ ਵੀ ਕਰਵਾ ਲਈ, ਇਸ ਤਰ੍ਹਾਂ ਦੀ ਕੀ ਸਟੇਟਸ ਹੈ? ਜੀ ਦੇਖੋ ਉੱਥੇ ਪੰਜਾਬੀ ਬਕਾਇਦਾ ਉੱਥੇ ਅਲੱਗ-ਅਲੱਗ ਸਕੂਲ ਨੇ, ਉਹਨਾਂ ਦੇ ਉੱਥੇ ਵੀ ਪੜ੍ਹਾਈ ਜਾਂਦੀ ਆ। ਜੋ ਪੰਜਾਬੀ GCSE ਜੋ ਆਪਾਂ ਕਹਿ ਲਈਏ ਵੀ ਜਿਹੜੀ 11ਵੀਂ ਦੇ ਪੱਕੇ ਪੇਪਰ ਹੁੰਦੇ ਰਾਸ਼ਟਰੀ ਤੌਰ 'ਤੇ, ਉਹਦੇ ਵਿੱਚ ਵੀ ਇਮਤਿਹਾਨ ਦੇ ਤੌਰ 'ਤੇ ਪੰਜਾਬੀ ਦਾ ਹੈਗਾ। ਤੁਸੀਂ 13ਵੀਂ ਜਿਹਨੂੰ ਆਪਾਂ ਇੱਥੇ 12ਵੀਂ ਕਹਿ ਦਿੰਦੇ ਆ, ਉਹਦੇ ਵੀ ਪੱਕੇ ਪੇਪਰ ਦੇ ਲਈ ਪੰਜਾਬੀ ਵੀ ਉੱਥੇ ਬਕਾਇਦਾ ਪੜ੍ਹਾਈ ਜਾਂਦੀ ਆ। ਤਾਂ ਉਹਦੇ ਵਿੱਚ ਵੀ ਤੁਸੀਂ ਕੁਆਲੀਫਿਕੇਸ਼ਨ ਲੈ ਸਕਦੇ ਹੋ। ਤੁਸੀਂ ਹੁਣ ਸਾਡੇ ਬੱਚਿਆਂ ਦੀ ਗੱਲ ਕੀਤੀ, ਤੁਸੀਂ ਹੁਣੇ ਇੱਥੇ ਵੱਡੇ ਬੇਟੇ ਜੁਗਾਦ ਨਾਲ ਗੱਲ ਕਰ ਰਹੇ ਸੀ, ਉਹ ਵੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੋਣਾ, ਉਹ UK ਦਾ ਜੰਮ ਪਲਿਆ ਮੇਰੇ ਵਾਂਗ। ਪਰ ਜਦੋਂ ਉਹ ਵੀ ਇੱਥੇ 2-4 ਸਾਲ ਜਦੋਂ ਆ ਕੇ ਇੱਥੇ ਪੜ੍ਹਿਆ, ਪਰ ਉਹਨੇ ਵੀ ਉੱਥੇ ਇਮਤਿਹਾਨ ਜਿਹੜੇ ਆਪਣੇ ਪੰਜਾਬੀ ਦੇ ਵਿੱਚ ਵੀ ਕੀਤੇ ਆ। ਕਿਉਂਕਿ ਜਿਹੜੇ ਸਾਡੇ ਵਰਗੇ ਨੇ, ਸਾਡੀ ਇੱਕ ਖੁਆਇਸ਼ ਆ ਕਿ ਉਹ ਨਾ ਸਿਰਫ ਪੰਜਾਬੀ ਪੜ੍ਹ ਲਿਖ ਲੈਣ, ਪਰ ਉਹਨਾਂ ਨੂੰ ਜਿੱਦਾਂ ਕਹਿੰਦੇ ਤੋਤੇ ਵਾਂਗ ਬੋਲਣੀ ਵੀ ਆਉਣੀ ਚਾਹੀਦੀ ਆ। ਜਦੋਂ ਇੱਥੇ ਆਉਂਦੇ ਆ ਤਾਂ ਬੱਲੀ ਸਾਹਿਬ ਤੁਹਾਡੇ ਵਰਗਿਆਂ ਨਾਲ ਜਦੋਂ ਗੱਲਬਾਤ ਕਰਦੇ ਆ ਤਾਂ ਉਹਨਾਂ ਨੂੰ ਇਹ ਕਿਤੇ ਅੜਾਣਾ ਤਾਂ ਅੜਾਣੇ ਇਹ ਨਾ ਹੋਵੇ, ਬੋਲਣਾ ਹੀ ਨਾ ਆਵੇ। ਇਹ ਤਾਂ ਜ਼ਰੂਰੀ ਹੁੰਦਾ ਆ ਕਿ ਜੇ ਅੰਗਰੇਜ਼ੀ ਆ ਉਹ ਵੀ ਐਂ ਜਿੱਦਾਂ ਕਹਿੰਦੇ ਹੁੰਦੇ ਕੁਈਨਜ਼ ਇੰਗਲਿਸ਼, ਵੀ ਵਧੀਆ ਤੋਂ ਵਧੀਆ ਅੰਗਰੇਜ਼ੀ ਬੋਲਣ। ਜੇ ਇੱਥੇ ਆ ਕੇ ਹੁਣ ਆਪਾਂ ਪੰਜਾਬੀ ਵੀ ਬਹੁਤ ਵਧੀਆ, ਜੇ ਹੁਣ ਜੇ ਆਪਾਂ ਕਹਿ ਰਹੀਏ ਵੀ ਬਾਬਾ ਵਾਰਿਸ ਸ਼ਾਹ, ਬੁੱਲੇ ਸ਼ਾਹ, ਇੱਕ ਆਪਾਂ ਜਿਹੜੇ ਕਈ ਸ਼ਿਵ ਕੁਮਾਰ ਬਟਾਲਵੀ ਜੀ, ਜਿਹੜੇ ਕਈ ਭਾਈ ਵੀਰ ਸਿੰਘ ਜੀ ਹੁਣੀ, ਜੇ ਆਪਣੇ ਕੋਲ ਤਾਂ ਅਨਮੋਲ ਰਤਨ ਨੇ ਜੀ। ਉਹ ਗੁਰਮੁਖੀ ਵੀ ਲਿਪੀ ਇਹੋ ਜਿਹੀ ਹੈ, ਜਿਹੜੀ ਪੰਜਾਬੀ ਦੀ ਲਿਪੀ ਗੁਰਮੁਖੀ ਆ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਉਂਕਿ ਉਹ ਲਿਪੀ ਵਰਤੀ ਗਈ ਆ, ਉਹ ਲਿਪੀ ਦਾ ਦਰਜਾ ਵੀ ਇੱਕ ਬਹੁਤ ਘੱਟ ਭਾਸ਼ਾਵਾਂ ਕੋ ਹੁੰਦਾ ਆ। ਜਿਵੇਂ ਕਿ ਆਪਾਂ ਕਹੀਏ ਵੀ ਦੇਵਾਨਗਰੀ ਦਾ ਹੈਗਾ, ਜੋ ਸੰਸਕ੍ਰਿਤ ਜ਼ੁਬਾਨ ਦੇ ਵਿੱਚ ਉਹਦਾ ਮਿਆਰ ਇੱਕੋ ਦਮ ਵੱਧ ਗਿਆ। ਇੱਦਾਂ ਹੀ ਜਿਹੜੀ ਪੰਜਾਬੀ ਦੀ ਜਿਹੜੀ ਲਿਪੀ ਆ, ਗੁਰਮੁਖੀ ਲਿਪੀ ਆ, ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋ ਗਈ। ਪੰਜਾਬੀ ਜ਼ੁਬਾਨ ਰਵੇ ਜਾਂ ਨਾ ਰਵੇ, ਇਹ ਪੰਜਾਬੀਆਂ ਦੇ ਹੈਗਾ, ਉਹ ਰਵੇ ਜਾਂ ਨਾ ਰਵੇ ਜਿਹੜੀ ਲਿਪੀ ਆ, ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋ ਗਈ ਆ। ਦੁਨੀਆ ਭਰ ਜਿੱਥੇ ਸਿੱਖ ਨੇ ਉਹ ਲਿਪੀ ਤਾਂ ਸੰਭਾਲ ਉਹਦੀ ਰਹਿਣੀ ਆ। ਪਰ ਇਹ ਮੈਂ ਇੱਥੇ ਵੀ ਜਿਹੜੇ ਪੰਜਾਬੀ ਜਿਹੜੇ ਵਸਦੇ ਨੇ, ਤੁਹਾਨੂੰ ਵੀ ਦੋਨਾਂ ਹੱਥ ਜੋੜ ਕੇ ਬੇਨਤੀ ਆ, ਤੁਸੀਂ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਆਪਣੇ ਬੱਚਿਆਂ ਨੂੰ ਵੀ ਕੁਝ ਪੜ੍ਹਾਓ। ਇੱਥੇ ਸ਼ਹਿਰ 'ਚ ਜੇ ਤੁਸੀਂ ਰਹਿੰਦੇ ਆ, ਜੋ ਉੱਥੇ ਪਿੰਡਾਂ 'ਚ ਆ,
ਅੰਗਰੇਜ਼ੀ ਜਾਂ ਹਿੰਦੀ ਜਾਂ ਹੋਰ ਜ਼ੁਬਾਨਾਂ ਪਿੱਛੇ ਦੇਖੋ, ਹਰ ਕੋਈ ਜ਼ੁਬਾਨ ਸਤਿਕਾਰਯੋਗ ਆ, ਪਰ ਹੋਰ ਕਿਸੇ ਦੀ ਪਿੱਛੇ ਭੱਜਣ ਦੀ ਬਜਾਏ ਤੁਸੀਂ ਪਹਿਲਾਂ ਆਪਣੀ ਸੰਭਾਲ ਕਰੋ, ਤਾਂ ਫਿਰ ਹੁਣ ਮੇਰੇ ਵਰਗੇ ਨੂੰ ਵੀ ਆ। ਹੁਣ ਮੈਂ ਤੁਹਾਨੂੰ ਇਹ ਐਨ ਸੀਨਾ ਠੋਕ ਕੇ ਕਹਿ ਸਕਦਾ ਵੀ ਦੇਖੋ ਜੇ 8 ਜ਼ੁਬਾਨਾਂ ਜੇ ਸਿੱਖੀਆਂ ਆ, ਜੇ ਹੁਣ ਹਿੰਦੀ ਵੀ ਆ, ਹਿੰਦੀ ਵੀ ਚੰਗੀ ਜ਼ੁਬਾਨ ਆ, ਚੰਗੀ ਭਾਸ਼ਾ ਆ, ਉਹ ਮੈਂ ਪੜ੍ਹਨੀ ਲਿਖਣੀ ਵੀ ਜਾਣਦਾ ਆ, ਦੇਵਨਾਗਰੀ ਲਿਪੀ ਵੀ ਜਾਣਦਾ ਆ। ਪਰ ਜੇ ਹੁਣ ਉਰਦੂ ਬੋਲਣਾ ਲਿਖਣਾ ਜਾਂ ਫਰਾਂਸੀਸੀ ਆ ਜਾਂ ਜਰਮਨ ਆ, ਇਹ ਸਾਰੀਆਂ ਭਾਸ਼ਾਵਾਂ ਸਤਿਕਾਰਯੋਗ ਨੇ, ਪਰ ਆਪਣੀ ਮਾਂ ਬੋਲੀ ਨਹੀਂ ਕਦੀ ਭੁੱਲਣੀ ਚਾਹੀਦੀ। ਤੇ ਜਿੱਥੇ ਤੱਕ ਦੇਖੋ ਜਿਹੜੀ ਇੰਗਲਿਸ਼ ਆ, ਇਹ ਤਾਂ ਅੰਤਰਰਾਸ਼ਟਰੀ ਭਾਸ਼ਾ ਆ, ਜਿਹੜਾ ਬਿਜ਼ਨਸ ਦੇ ਤੌਰ ਤੇ ਇਹ ਤਾਂ ਜ਼ਰੂਰਤ ਬਣ ਗਈ ਆ ਵੀ ਜਿੱਥੇ ਵੀ ਕਿਸੇ ਨੇ ਕਾਰੋਬਾਰ ਕਰਨਾ ਤਾਂ ਉਹ ਇੰਗਲਿਸ਼ ਚੱਲਣੀ ਆ, ਪਰ ਇਹ ਆਪਣੀ ਬੋਲੀ ਨਾ ਕਿਤੇ ਭੁੱਲ ਜਿਓ, ਨਹੀਂ ਤਾਂ ਆਪਾਂ ਕੱਖਾਂ ਵਾਂਗ ਰੁੱਲ ਜਾਊਂਗੇ ਜਿਆਦਾ ਕਹਿੰਦੇ ਹੁੰਦੇ ਆ। ਬਹੁਤ ਅੱਛਾ ਮੈਸੇਜ ਦਿੱਤਾ ਇਹਨਾਂ ਨੇ ਆਖਰ 'ਚ ਕਿ ਆਪਣੀ ਬੋਲੀ ਨਾ ਭੁੱਲੋ, ਆਪਣੀ ਮਾਂ ਬੋਲੀ। ਉੱਥੇ ਵੀ ਕੋਸ਼ਿਸ਼ਾਂ ਕਰ ਰਹੇ ਨੇ ਤੇ ਇੱਥੇ ਵੀ ਆਪਣੇ ਬੱਚਿਆਂ ਨੂੰ ਤਾਂ ਇਹ ਪੰਜਾਬੀ ਸਿਖਾ ਹੀ ਰਹੇ ਨੇ। ਤੇ ਟੇਸੀ ਹੋਰਾਂ ਨੇ ਬਹੁਤ ਅੱਛੀਆਂ ਗੱਲਾਂ ਕੀਤੀਆਂ, ਖੁੱਲ੍ਹੀਆਂ ਗੱਲਾਂ ਕੀਤੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ।